ਹੈਲੋ ਐਵਰੀਬਡੀ, ਸਟੱਡੀ ਪਾਠਸ਼ਾਲਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ 2018 ਦਾ ਜੋ ਪੀਸੀਐਸ ਦਾ ਪ੍ਰੀਲਿਮਸ ਦਾ ਪੇਪਰ ਹੈ ਉਹਦਾ ਸੈਕੰਡ ਪਾਰਟ ਨੂੰ ਆਪਾਂ ਦੇਖਣ ਜਾ ਰਹੇ ਹਾਂ, ਜਿਹਦੇ ਵਿੱਚ 20 ਕੁਐਸਚਨਸ ਦਾ ਐਨਾਲਿਸਿਸ ਹੋਏਗਾ। ਤਾਂ ਸਟ੍ਰੇਟ ਅਵੇ ਆਪਾਂ ਸਟਾਰਟ ਕਰਦੇ ਹਾਂ ਵਿਦ ਦੀ 21st ਕੁਐਸਚਨ, ਜੋ ਕਿ ਇਸ ਪਾਰਟ ਦਾ ਪਹਿਲਾ ਕੁਐਸਚਨ ਹੋ ਗਿਆ। ਸੋ ਸੇਤੂ ਭਾਰਤਮ ਪ੍ਰੋਜੈਕਟ ਇਜ਼ ਕਨੈਕਟਡ ਵਿਦ ਵਿਚ ਆਫ ਦ ਫੋਲੋਇੰਗ ਟਰਾਂਸਪੋਰਟ ਸੈਕਟਰਸ। ਠੀਕ ਹੈ ਜੀ, ਹੁਣ ਦੇਖੋ ਇਹ 2018 ਦਾ ਕੁਐਸਚਨ ਹੈ, ਹਾਲਾਂਕਿ ਉਸ ਟਾਈਮ ਦਾ ਜੇ ਆਪਾਂ ਗੱਲ ਕਰੀਏ ਤਾਂ ਕਰੰਟ ਅਫੇਅਰਸ ਹੈ, ਬਟ ਸਿੰਸ ਆਪਾਂ ਇਹਦਾ ਐਨਾਲਿਸਿਸ ਕਰ ਰਹੇ ਹਾਂ ਤਾਂ ਵਿਲ ਬੀ ਸੀਇੰਗ ਇਟ। ਠੀਕ ਹੈ, ਸੇਤੂ ਭਾਰਤਮ ਪ੍ਰੋਜੈਕਟ ਹੈ ਜਿਹੜਾ ਇਹ ਲਾਂਚ ਹੋਇਆ ਸੀ 2016 ਵਿੱਚ। ਠੀਕ ਹੈ, ਹੁਣ ਕੀ ਇਹ ਪ੍ਰੋਜੈਕਟ ਰੋਡ ਟਰਾਂਸਪੋਰਟ ਦੇ ਰਿਗਾਰਡਿੰਗ ਹੈ, 에ਅਰ ਟਰਾਂਸਪੋਰਟ, ਇਨਲੈਂਡ ਵਾਟਰ ਟਰਾਂਸਪੋਰਟ ਜਾਂ ਫਿਰ ਕੋਸਟਲ ਟਰਾਂਸਪੋਰਟ। ਠੀਕ ਹੈ ਜੀ, ਤਾਂ ਸੇਤੂ ਭਾਰਤਮ ਜੋ ਪ੍ਰੋਜੈਕਟ ਸੀਗਾ ਉਹ ਨੈਸ਼ਨਲ ਹਾਈਵੇਜ਼ ਨੂੰ ਫ੍ਰੀ ਕਰਨ ਲਈ ਸੀ ਫਰੋਮ ਦੀ ਰੇਲਵੇ ਕ੍ਰੋਸਿੰਗ। ਠੀਕ ਹੈ, ਤਾਂ ਇਹ ਕਿਤੇ ਨਾ ਕਿਤੇ ਰੋਡ ਸੈਕਟਰ ਨਾਲ ਜੁੜਿਆ ਹੋਇਆ, ਤਾਂ ਸਟ੍ਰੇਟ ਅਵੇ ਆਨਸਰ ਇਹਦਾ ਇਹ ਹੋ ਜਾਂਦਾ ਹੈ। ਇਟ ਵਾਜ਼ ਅ ਪ੍ਰੋਜੈਕਟ ਜਿਹਦੇ ਵਿੱਚ ਕੋਈ ਵੀ ਜੋ ਨੈਸ਼ਨਲ ਹਾਈਵੇਜ਼ ਹੈ ਉਹਦੇ ਤੇ ਰੇਲਵੇ ਕ੍ਰੋਸਿੰਗ ਨਹੀਂ ਹੋਏਗੀ। ਸੋ ਟੂ ਫ੍ਰੀ ਨੈਸ਼ਨਲ ਹਾਈਵੇਜ਼ from railway crossing, ठीक है जी। सो ये ਦਾ ਸਟ੍ਰੇਟ ਅਵੇ ਆਨਸਰ ਹੋ ਜਾਂਦਾ। ਇसी ਤਰੀਕੇ ਨਾਲ ਜੋ ਗਵਰਨਮੈਂਟ ਸਕੀਮਸ ਚੱਲ ਰਹੀਆਂ ਪਿਛਲੇ 1 ਸਾਲ ਦੀਆਂ 6-7-8 ਮਹੀਨੇ ਦੀਆਂ, ਉਹ ਉਸ ਸੈਸ਼ਨ ਦੇ ਐਗਜ਼ਾਮ ਲਈ ਮੰਨ ਲਓ 2025 'ਚ ਜੇ ਐਗਜ਼ਾਮ ਆਉਂਦਾ ਹੈ ਤਾਂ ਉਹਦੇ ਲਈ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ। ਤਾਂ 2024 ਦੀਆਂ ਜੋ ਸਕੀਮਸ ਹੈ ਉਹ ਦੇਖਣੀਆਂ ਇੱਥੇ ਕਾਫੀ ਜ਼ਰੂਰ ਹੋ ਜਾਣਗੀਆਂ। 2024 ਦੀਆਂ ਸਕੀਮਸ, ਠੀਕ ਹੈ ਜੀ, 2024 ਦੀਆਂ। ਸੋ ਇਹ ਦਾ ਆਨਸਰ ਹੈ। ਸੈਕੰਡ ਕੁਐਸਚਨ ਤੇ ਆਪਾਂ ਮੂਵ ਕਰਦੇ ਹਾਂ। ਓਕੇ, ਸੋ ਵਿਚ ਆਫ ਦ ਫੋਲੋਇੰਗ ਕ੍ਰੌਪਸ ਆਰ ਕਲਟੀਵੇਟਡ ਇਨ ਦੀ ਇਕੁਆਟੋਰੀਅਲ ਰੀਜਨ। ਬੇਸਿਕਲੀ ਇਹ ਟ੍ਰੋਪੀਕਲ ਰੀਜਨ ਦੀ ਗੱਲ ਕਰ ਰਿਹਾ ਹੈ। ਠੀਕ ਹੈ, ਜੋ ਕਿ ਟ੍ਰੋਪਿਕਸ ਦੇ ਅਰਾਊਂਡ ਹੈ ਜਾਂ ਫਿਰ ਇਕੁਏਟਰ ਜੇ ਆਪਾਂ ਸਟ੍ਰਿਕਟਲੀ ਦੇਖੀਏ ਤਾਂ ਇਟ ਇਜ਼ 0 to 10 ਡਿਗਰੀ, ਚਾਹੇ ਉਹ ਨਾਰਥ ਐਂਡ ਸਾਊਥ ਹੈ। ਹਾਲਾਂਕਿ ਇਹਦੇ 'ਚ ਸਿਰਫ ਇਕੁਆਟੋਰੀਅਲ ਦੀ ਇਹ ਗੱਲ ਨਹੀਂ ਕਰ ਰਿਹਾ, ਇਹ ਬੇਸਿਕਲੀ ਟ੍ਰੋਪੀਕਲ ਏਰੀਆ ਦੀ ਗੱਲ ਕਰ ਰਿਹਾ ਕਿ ਗਰਮ ਇਲਾਕੇ ਵਿੱਚ ਕਿਹੜੀ ਕਿਹੜੀ ਜੋ ਇਹਨਾਂ 'ਚੋਂ ਕ੍ਰੌਪ ਹੈ ਉਹ ਉਗਦੀ ਹੈ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ। ਓਕੇ, ਸੋ ਰਬਰ, ਕੋਕੋਆ, ਟੀ ਐਂਡ ਸ਼ੂਗਰ ਕੇਨ। ਜੇ ਰਬਰ ਆਪਾਂ ਦੇਖੀਏ ਤਾਂ ਰਬਰ ਦਾ ਇੰਡੀਆ 'ਚ ਪ੍ਰੋਡਕਸ਼ਨ ਹੁੰਦਾ ਕੇਰਲਾ ਸਟੇਟ ਵਿੱਚ, ਕੇਰਲਾ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ। ਠੀਕ ਹੈ, ਅਤੇ ਵਰਲਡ ਵਾਈਡ ਦੇਖਿਆ ਜਾਏ ਤਾਂ ਥਾਈਲੈਂਡ ਵਿੱਚ ਹੁੰਦਾ। ਠੀਕ ਹੈ ਜੀ, ਇਹ ਜਿੰਨੇ ਵੀ ਆਪਾਂ ਏਰੀਆਜ਼ ਦੇਖ ਰਹੇ ਹਾਂ ਗਰਮ ਇਲਾਕੇ ਦੇ, ਅਤੇ ਇਹਨਾਂ ਨੂੰ ਇਕੁਆਟੋਰੀਅਲ ਏਰੀਆ ਵਿੱਚ ਵੀ ਮੰਨਿਆ ਜਾ ਸਕਦਾ, ਟ੍ਰੋਪੀਕਲ ਏਰੀਆ 'ਚ ਮੰਨਿਆ ਜਾ ਸਕਦਾ। ਰਬਰ ਇੱਕ ਟ੍ਰੋਪੀਕਲ ਹੀ ਕ੍ਰੌਪ ਹੈ ਜਿਹਦੇ ਵਿੱਚ ਕਾਫੀ ਜ਼ਿਆਦਾ ਉਹਨੂੰ ਬਾਰਿਸ਼ ਦੀ ਲੋੜ ਪੈਂਦੀ ਹੈ। ਠੀਕ ਹੈ, ਤਾਂ ਫਸਟ ਵਾਲਾ ਡੈਫੀਨੇਟਲੀ ਟਰੂ ਹੈ, ਇਟ ਇਜ਼ ਐਨ ਇਕੁਆਟੋਰੀਅਲ ਕ੍ਰੌਪ। ਠੀਕ ਹੈ, ਹਾਲਾਂਕਿ ਟ੍ਰੋਪੀਕਲ ਵੀ ਆਪਾਂ ਇਹਦੇ 'ਚ ਕਾਊਂਟ ਕਰ ਸਕਦੇ ਹਾਂ। ਸੈਕਿੰਡ ਇਜ਼ ਕੋਕੋਆ। ਕੋਕੋਆ ਜੋ ਹੈ, ਹਾਲਾਂਕਿ ਚੌਕਲੇਟ ਜ਼ਿਆਦਾਤਰ ਬਣਦੀ ਹੈ ਅਮਰੀਕਾ 'ਚ ਜਾਂ ਫਿਰ ਯੂਰੋਪੀਅਨ ਨੇਸ਼ਨਸ ਜਿਵੇਂ ਕਿ ਸਵਿਟਜ਼ਰਲੈਂਡ, ਬੈਲਜੀਅਮ, ਨੈਦਰਲੈਂਡਸ, ਲੇਕਿਨ ਕੋਕੋਆ ਦਾ ਪ੍ਰੋਡਕਸ਼ਨ ਹੈ ਉਹ ਵੈਸਟਰਨ ਅਫਰੀਕਾ ਸਭ ਤੋਂ ਜ਼ਿਆਦਾ ਹੁੰਦਾ ਹੈ, ਜਿਹਦੇ ਵਿੱਚ ਨੰਬਰ 1 ਤੇ ਹੈ ਕੋਤ ਦੀਵਾਰ ਜਾਂ ਫਿਰ ਆਈਵਰੀ ਕੋਸਟ। ਆਈਵਰੀ ਕੋਸਟ ਜਿਹਨੂੰ ਆਪਾਂ ਕਹਿੰਦੇ ਹਾਂ, ਆਈਵਰੀ ਕੋਸਟ ਐਂਡ ਈਵਨ ਘਾਨਾ। ਆਈਵਰੀ ਕੋਸਟ, ਠੀਕ ਹੈ ਜੀ। ਆਈਵਰੀ ਕੋਸਟ, ਘਾਨਾ ਵਰਗੇ ਜੋ ਦੇਸ਼ ਹੈ ਦੁਨੀਆ ਦੇ 50% ਤੋਂ ਜ਼ਿਆਦਾ ਕੋਕੋਆ ਬੀਨਸ ਪ੍ਰੋਡਿਊਸ ਕਰਦੇ ਹੈ, ਅਤੇ ਉਹ ਵੀ ਇਕੁਆਟੋਰੀਅਲ ਰੀਜਨ ਹੀ ਹੈ, ਇਕੁਏਟਰ ਦੇ ਅਰਾਊਂਡ ਹੀ ਪੈਂਦਾ ਹੈ, ਅਤੇ ਗਰਮ ਇਲਾਕੇ ਵਿੱਚ ਜੋ ਕੋਕੋਆ ਦੀ ਖੇਤੀ ਹੈ ਹੁੰਦੀ ਹੈ। ਠੀਕ ਹੈ ਜੀ, ਅਤੇ ਕੋਕੋਆ ਦੇ ਰਿਗਾਰਡਿੰਗ 2024 ਦੇ ਜੋ ਪ੍ਰੀਲਿਮਸ ਆ ਉਹਦੇ 'ਚ ਵੀ ਕੁਐਸਚਨਸ ਆਏ ਕਿ ਸਭ ਤੋਂ ਜ਼ਿਆਦਾ ਹਾਈਐਸਟ ਕੋਕੋਆ ਪ੍ਰੋਡਿਊਸਿੰਗ ਨੇਸ਼ਨਸ ਕਿਹੜੇ ਨੇ, ਦੈਟ ਇਜ਼ ਆਈਵਰੀ ਕੋਸਟ ਐਂਡ ਘਾਨਾ ਸਟ੍ਰੇਟ ਅਵੇ। ਠੀਕ ਹੈ ਜੀ, ਸੋ ਦੂਜਾ ਆਪਸ਼ਨ ਵੀ ਇੱਥੇ ਟਰੂ ਹੋ ਗਿਆ ਕਿ ਇਹ ਵੀ ਇੱਕ ਇਕੁਆਟੋਰੀਅਲ ਕ੍ਰੌਪ ਹੀ ਹੈ। ਥਰਡ ਇਜ਼ ਟੀ। ਟੀ ਦਾ ਹਾਈਐਸਟ ਇੱਥੇ ਕਿਹੜਾ ਜੇ ਆਪਾਂ ਦੇਖੀਏ ਪ੍ਰੋਡਿਊਸਰ ਹੈ, ਦੈਟ ਇਜ਼ ਚਾਈਨਾ। ਹਾਲਾਂਕਿ ਇੰਡੀਆ, ਕੀਨੀਆ, ਸ਼੍ਰੀਲੰਕਾ 'ਚ ਵੀ ਕਾਫੀ ਹੁੰਦੀ ਹੈ, ਅਤੇ ਇਹ ਵੀ ਕਿਤੇ ਨਾ ਕਿਤੇ ਗਰਮ ਦੇਸ਼ਾਂ 'ਚ ਆਉਂਦੇ ਹੈ, ਟ੍ਰੋਪੀਕਲ ਏਰੀਆਜ਼ 'ਚ ਆਉਂਦੇ, ਇਕੁਆਟੋਰੀਅਲ ਏਰੀਆਜ਼ 'ਚ ਆਉਂਦੇ। ਠੀਕ ਹੈ, ਹਾਲਾਂਕਿ ਚਾਈਨਾ ਟ੍ਰੋਪੀਕਲ ਏਰੀਆਜ਼ 'ਚ ਐਸ ਸੱਚ ਜ਼ਿਆਦਾ ਨਹੀਂ ਪੈਂਦਾ, ਬਟ ਫਿਰ ਵੀ ਜੋ ਟੀ ਹੈ ਉਹ ਟ੍ਰੋਪੀਕਲ ਹੀ ਏਰੀਆ ਦਾ ਮੰਨਿਆ ਜਾਂਦਾ ਹੈ ਜੋ ਕ੍ਰੌਪ ਹੈ, ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਟੈਂਪਰੇਚਰ ਨਹੀਂ ਚਾਹੀਦਾ। ਇਕੁਆਟੋਰੀਅਲ ਏਰੀਆ ਬੇਸਿਕਲੀ ਕੀ ਹੈ, ਜਿੱਥੇ ਟੈਂਪਰੇਚਰ ਦੇ ਵੇਰੀਏਸ਼ਨਸ ਬਹੁਤ ਜ਼ਿਆਦਾ ਘੱਟ ਹੈ। ਠੀਕ ਹੈ, ਤਾਂ 20 to 30 ਡਿਗਰੀ ਟੈਂਪਰੇਚਰ ਇਹਨੂੰ ਚਾਹੀਦਾ, ਨਾ ਹੀ ਠੰਡ ਅਤੇ ਨਾ ਹੀ ਜ਼ਿਆਦਾ ਗਰਮੀ। ਠੀਕ ਹੈ, ਅਤੇ ਕਾਫੀ ਜ਼ਿਆਦਾ ਪਾਣੀ ਟੀ ਨੂੰ ਵੀ ਚਾਹੀਦਾ ਹੁੰਦਾ। ਠੀਕ ਹੈ, ਇਟ ਨੀਡਸ ਅ ਵੈਲ ਡਰੇਨਡ ਸੋਇਲ। ਸੋ 3 ਵੀ ਆ ਗਿਆ ਇਹਦੇ 'ਚ। ਠੀਕ ਹੈ, ਇੰਡੀਆ ਵਿੱਚ ਅਸਾਮ 'ਚ ਹੁੰਦੀ ਹੈ। ਐਂਡ ਦੈਨ ਇਜ਼ ਸ਼ੂਗਰ ਕੇਨ, ਜੋ ਕਿ ਬ੍ਰਾਜ਼ੀਲ, ਇੰਡੀਆ ਵਿੱਚ ਕਾਫੀ ਜ਼ਿਆਦਾ ਹੁੰਦੀ ਹੈ। ਕਿਊਬਾ, ਬ੍ਰਾਜ਼ੀਲ, ਇੰਡੀਆ, ਅਗੇਨ ਕਾਫੀ ਜ਼ਿਆਦਾ ਪਾਣੀ ਇਹਨੂੰ ਚਾਹੀਦਾ ਹੈ, ਅਤੇ ਗਰਮ ਇਲਾਕਿਆਂ ਵਿੱਚ ਜ਼ਿਆਦਾ ਸੂਟੇਬਲ ਹੈ। ਸੋ ਆਲ ਦੀ 4 ਕ੍ਰੌਪਸ ਹੈ ਇਕੁਆਟੋਰੀਅਲ ਰੀਜਨ ਦੇ ਕ੍ਰੌਪਸ ਮੰਨੇ ਜਾ ਸਕਦੇ ਹੈ, ਜਾਂ ਫਿਰ ਟ੍ਰੋਪੀਕਲ ਏਰੀਆਜ਼। ਹਾਲਾਂਕਿ
ਜੇ ਪ੍ਰੋਪਰ ਕੰਡੀਸ਼ਨਸ ਕਿਤੇ ਹੋਰ ਵੀ ਦਿੱਤੀਆਂ ਜਾਣ ਤਾਂ ਉੱਥੇ ਵੀ ਗਰੋ ਕਰ ਸਕਦੇ ਆ, ਠੀਕ ਹੈ। ਸੋ ਡੀ ਇਹਦਾ ਕਰੈਕਟ ਆਂਸਰ ਹੋਏਗਾ, ਡੈਟ ਮੀਨਸ ਆਲ ਦ 4। ਤਾਂ ਕ੍ਰੌਪਸ ਤੇ ਜੋ ਇਹ ਹਿਊਮਨ ਜੋਗਰਾਫੀ ਦੇ ਸਵਾਲ ਹੈ ਕਾਫੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਆ। ਸੋ ਡੀ ਇਜ਼ ਦੀ ਰਾਈਟ ਆਂਸਰ। ਹੁਣ ਨੈਕਸਟ ਹੈ ਪੋਲੀਟੀਕਲ ਥਿਊਰੀ ਤੇ ਕੁਐਸਚਨ। ਹਾਲਾਂਕਿ 2020 ਵਿੱਚ ਇਸ ਤਰੀਕੇ ਦੇ ਸਵਾਲ ਨਹੀਂ ਦਿਖੇ, ਲੇਕਿਨ 2025 ਵਿੱਚ ਇਹ ਜੋ ਸਵਾਲ ਇਸ ਤਰੀਕੇ ਦੇ ਦਿਖ ਸਕਦੇ ਫਿਰ ਤੋਂ। ਸੋ ਹੂ ਸੈਡ ਇਨਜਸਟਿਸ ਐਨੀਵੇਅਰ ਇਜ਼ ਅ ਥ੍ਰੈਟ ਟੂ ਜਸਟਿਸ ਐਵਰੀਵੇਅਰ, ਠੀਕ ਹੈ, ਬਹੁਤ ਫੇਮਸ ਸਟੇਟਮੈਂਟ ਹੈ ਤੇ ਉਹ ਦਿੱਤੀ ਹੈ ਬਾय ਮਾਰਟਿਨ ਲੂਥਰ ਕਿੰਗ ਜੂਨੀਅਰ, ਜੋ ਕਿ ਬਹੁਤ ਹੀ ਮਹਾਨ ਇੱਕ ਸਿਵਲ ਐਕਟਿਵਿਸਟ ਸੀਗੇ USA ਦੇ, ਜਿਨ੍ਹਾਂ ਨੇ ਸਿਵਲ ਰਾਈਟਸ ਮੂਵਮੈਂਟ ਸ਼ੁਰੂ ਕੀਤੀ ਸੀ ਇਨ USA ਅਰਾਊਂਡ 1955। ਇਹ ਮਹਾਤਮਾ ਗਾਂਧੀ ਤੋਂ ਬਹੁਤ ਜ਼ਿਆਦਾ ਇਨਫਲੂਐਂਸ ਸੀ, ਠੀਕ ਹੈ। ਹੀ ਵਾਜ਼ ਵੈਰੀ ਮਚ ਇਨਫਲੂਐਂਸਡ ਬਾय ਮਹਾਤਮਾ ਗਾਂਧੀ, ਤੇ ਨੌਨ ਵਾਇਲੈਂਟ ਤੇ ਸਿਵਲ ਡਿਸਓਬੀਡੀਐਂਸ ਦਾ ਜੋ ਪ੍ਰੋਗਰਾਮ ਹੈ ਉਹ ਇਹਨਾਂ ਨੇ ਸ਼ੁਰੂ ਕੀਤਾ ਸੀ ਇਨ USA, ਸੋ ਦੈਟ ਬਲੈਕਸ ਤੇ ਹੋਰ ਜੋ ਕਲਰਡ ਲੋਕ ਹੈ ਜੋ ਕਿ ਨੌਨ ਵਾਈਟਸ ਹੈ ਉਹਨਾਂ ਲਈ ਜੋ ਹੱਕ ਹੈ ਉਹ ਦਵਾਏ ਜਾ ਸਕਣ। ਹੀ ਵਾਜ਼ ਅਸਾਸੀਨੇਟਡ ਇਨ 1968, ਇਹਨਾਂ ਨੂੰ ਮਾਰ ਦਿੱਤਾ ਗਿਆ ਸੀ, ਠੀਕ ਹੈ। ਤੇ ਸਿਵਲ ਰਾਈਟਸ ਐਕਟਿਵਿਸਟ ਜੀ ਦੀ ਗੱਲ ਕਰੀਏ ਤਾਂ ਇਹਨਾਂ ਦਾ ਬਹੁਤ ਹੀ ਇੰਪੋਰਟੈਂਟ ਰੋਲ ਹੈ, ਠੀਕ ਹੈ ਜੀ। ਤੇ ਇਹਨਾਂ ਦੀ ਇੱਕ ਜੋ ਸਪੀਚ ਹੈ ਆਈ ਹੈਵ ਅ ਡਰੀਮ, ਉਹ ਅੱਜ ਤੱਕ ਫੇਮਸ ਹੈ, ਠੀਕ ਹੈ। ਹੀ ਹੈਜ਼ ਅ ਸਪੀਚ ਆਈ ਹੈਵ ਅ ਡਰੀਮ। So again, a very important personality, महान शख्सियत, मार्टिन लूथर किंग जूनियर, just like others, Abraham Lincoln, Malcolm X और महात्मा गांधी। Okay, so D is the answer here also. Then who coined the phrase banal nationalism? ਹੁਣ ਇਹ ਇੱਕ ਪੋਲੀਟੀਕਲ ਸਾਇੰਸ ਦਾ ਫਿਰ ਤੋਂ ਸਵਾਲ ਆ ਗਿਆ ਜੋ ਕਿ ਆਪਾਂ ਬਹੁਤ ਜ਼ਿਆਦਾ ਨਹੀਂ ਪੜ੍ਹਦੇ। banal nationalism, ਸੋ banal nationalism ਉਹ ਚੀਜ਼ ਹੁੰਦੀ ਹੈ ਜੋ ਕਿ ਆਪਾਂ ਜੇ ਗੱਲ ਕਰੀਏ ਨੈਸ਼ਨਲਿਜ਼ਮ ਦੇ ਉਹ ਐਕਸਪ੍ਰੈਸ਼ਨ ਜੋ ਕਿ ਆਪਾਂ ਰੋਜ਼ਮर्रा ਦੀ ਜ਼ਿੰਦਗੀ 'ਚ ਕਰਦੇ। ਬਨਾਲ ਮੀਨਸ ਉਹ ਚੀਜ਼ ਜੋ ਆਪਾਂ ਰੂਟੀਨ 'ਚ ਕਰਦੇ ਹਾਂ, ਠੀਕ ਹੈ। ਬਨਾਲ ਜੋ ਸ਼ਬਦ ਹੈ ਉਹ ਰੂਟੀਨ ਨਾਲ ਜੁੜਿਆ ਹੋਇਆ ਹੈ, ਠੀਕ ਹੈ, ਕਿਸੇ ਸਪੈਸ਼ਲ ਚੀਜ਼ ਨਾਲ ਜੁੜਿਆ ਹੋਇਆ ਨਹੀਂ ਹੈ। ਜਿਵੇਂ ਕਿ ਮੰਨ ਲਓ ਆਪਾਂ ਨੈਸ਼ਨਲਿਜ਼ਮ ਦੀ ਗੱਲ ਕਰ ਲਈਏ, ਲੋਕ ਜੋ ਹੈ ਆਪਾਂ ਦੇਖਿਆ ਹੁੰਦਾ ਹੈ ਕਿ ਆਪਦੀ ਗੱਡੀ ਵਿੱਚ, ਠੀਕ ਹੈ, ਕਿਸੇ ਵੀ ਦੇਸ਼ ਦਾ ਝੰਡਾ ਲਗਾ ਕੇ ਘੁੰਮਦੇ ਆ, ਜੋ ਝੰਡਾ ਹੈ ਆਪਣੀ ਗੱਡੀ ਦੇ ਅੱਗੇ ਲਗਾ ਲੈਂਦੇ ਆ, ਠੀਕ ਹੈ। ਅੰਦਰਲੀ ਸਾਈਡ ਜੋ ਛੋਟੇ ਛੋਟੇ ਡਬਲ ਕ੍ਰਾਸ ਕਰਕੇ ਲਗਾਏ ਹੁੰਦੇ ਆ, ਠੀਕ ਹੈ, ਫਲੈਗਸ। ਤਾਂ ਕਿਤੇ ਨਾ ਕਿਤੇ ਉਹ ਰੋਜ਼ ਦੀ ਜ਼ਿੰਦਗੀ ਵਿੱਚ ਆਪਣੇ ਦੇਸ਼ ਭਗਤੀ ਨੂੰ ਐਕਸਪ੍ਰੈਸ ਕਰ ਰਹੇ ਹੈ ਥਰੂ ਦੈਟ ਫਲੈਗ ਇਨ ਦੇਅਰ ਕਾਰ, ਠੀਕ ਹੈ। ਤਾਂ ਜਦੋਂ ਆਪਾਂ ਰੋਜ਼ਮर्रा ਦੀ ਜ਼ਿੰਦਗੀ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਐਕਸਪ੍ਰੈਸ ਕਰਦੇ ਹਾਂ, ਡੈਟ ਇਜ਼ ਕਾਲਡ ਬਨਾਲ ਨੈਸ਼ਨਲਿਜ਼ਮ, ਠੀਕ ਹੈ। ਹੁਣ ਜੇ ਆਪਾਂ ਨੈਸ਼ਨਲ ਐਂਥਮ ਦੀ ਗੱਲ ਕਰੀਏ ਤਾਂ ਉਹ ਹਰ ਸਕੂਲ ਵਿੱਚ ਗਾਇਆ ਜਾਂਦਾ ਹੈ, ਉਹ ਵੀ ਬਨਾਲ ਨੈਸ਼ਨਲਿਜ਼ਮ ਦਾ ਹਿੱਸਾ ਹੈ, ਠੀਕ ਹੈ। ਜੇ ਮੰਨ ਲਓ ਕਿਸੇ ਵੀ ਦੇਸ਼ ਦੇ ਲੋਕ, ਠੀਕ ਹੈ, ਚਾਹੇ ਕੋਈ ਵੀ ਦੇਸ਼ ਹੈ, ਇੰਡੀਆ ਹੈ ਜਾਂ ਫਿਰ यूरोपियन नेशन है, USA है, कोई भी है, ਜੇ ਉਹ ਆਪਣੇ ਦੇਸ਼ ਦੀ ਜਰਸੀ ਪਾ ਕੇ ਘੁੰਮ ਰਹੇ ਹੈ ਕਿਸੇ ਵੀ ਟੀਮ ਦੀ, ਠੀਕ ਹੈ, ਔਨ ਡੇਲੀ ਬੇਸਿਸ, ਉਹ ਵੀ ਬਨਾਲ ਨੈਸ਼ਨਲਿਜ਼ਮ ਦਾ ਹਿੱਸਾ ਹੈ। ਡੈਟ ਫਰੇਜ਼ਸ ਆਫ ਨੈਸ਼ਨਲਿਜ਼ਮ, ਉਹ ਨੈਸ਼ਨਲਿਜ਼ਮ ਦੇ ਐਕਸਪ੍ਰੈਸ਼ਨਸ ਜੋ ਕਿ ਉਹ ਰੋਜ਼ਮर्रा ਦੀ ਜ਼ਿੰਦਗੀ 'ਚ ਕਰਦੇ। ਸੋ ਇਟ ਵਾਜ਼ ਗਿਵਨ ਬਾय ਮਾਈਕਲ ਬਿਲਿਗ, ਠੀਕ ਹੈ, ਬੜਾ ਇੰਪॉर्टेंट ਕੰਸੈप्ट है, 1990s ਵਿੱਚ ਦਿੱਤਾ ਗਿਆ ਸੀ ਬਾय ਮਾਈਕਲ ਬਿਲਿਗ, ਠੀਕ ਹੈ। ਇਹ ਚੀਜ਼ ਯਾਦ ਰੱਖਣੀ ਹੈ। ਸੋ ਬੀ ਇਜ਼ ਦੀ ਰਾਈਟ ਆਂਸਰ। ਹਾਲਾਂਕਿ ਬਹੁਤ ਟਫ ਕੁਐਸਚਨ ਹੈ, ਹਰ ਕੰਸੈप्ट ਨੂੰ ਦੇਖਿਆ ਜਾਵੇ ਤਾਂ ਕਵਰ ਕਰਨਾ ਇੱਥੇ ਪੋਸੀਬਲ ਨਹੀਂ ਹੁੰਦਾ, ਬਟ ਜਿੰਨਾ ਹੋ ਸਕੇ ਉਨਾ ਜ਼ਰੂਰ ਕਰਨਾ ਚਾਹੀਦਾ ਹੈ, ਸਪੈਸ਼ਲੀ ਜੋ ਪਿਛਲੇ ਐਗਜ਼ਾਮਸ 'ਚ ਆ ਚੁੱਕਿਆ ਹੈ, ਠੀਕ ਹੈ। ਬ੍ਰਾਇਨ ਜੈਂਕਿੰਸ ਦੀ ਗੱਲ ਕਰੀਏ ਤਾਂ ਇਹ ਟੈਰਰਿਜ਼ਮ ਦੇ ਐਕਸਪਰਟ ਹੈ ਤੇ ਇਹਨਾਂ ਨੇ ਟੈਰਰਿਜ਼ਮ 'ਤੇ ਕਾਫੀ ਕਿਤਾਬਾਂ ਲਿਖੀਆਂ ਨੇ, ਠੀਕ ਹੈ ਜੀ। ਐਲੀ ਕੈਡਿਊਰੀ ਦੀ ਗੱਲ ਕਰੀਏ ਤਾਂ ਇਹ ਵੀ ਇੱਕ ਪੋਲੀਟੀਕਲ ਐਨਾਲਿਸਟ ਹੈ, ਪੋਲੀਟੀਕਲ ਐਨਾਲਿਸਟ। ਐਂਡ ਦੈਨ ਟੌਮ ਨੇਨ ਦੀ ਗੱਲ ਕਰੀਏ ਤਾਂ ਇਹ ਇੱਕ ਸਕਾਟਿਸ਼ ਨੈਸ਼ਨਲਿਸਟ ਹੈ, ਜਿਨ੍ਹਾਂ ਨੇ ਸਕਾਟਲੈਂਡ ਦੀ ਆਜ਼ਾਦੀ ਲਈ ਵੀ ਗੱਲ ਕੀਤੀ ਹੈ ਤੇ ਹੋਰ ਵੀ ਪੋਲੀਟੀਕਲ ਜੋ ਵਿਊਜ਼ ਹੈ ਉਹਨਾਂ ਨੇ ਦੁਨੀਆ ਅੱਗੇ ਰੱਖੇ ਹੈ, ਠੀਕ ਹੈ। ਤੇ ਇਹਨਾਂ ਬਾਰੇ ਵੀ ਹੋਰ ਪੜ੍ਹਿਆ ਜਾ ਸਕਦਾ। ਯੂ ਨੈਵਰ ਨੋ 2025 ਵਿੱਚ ਇਹਨਾਂ ਬਾਕੀ ਜੋ ਆਪਸ਼ਨਸ ਹੈ ਇਹਨਾਂ 'ਤੇ ਸਵਾਲ ਆ ਜਾਣ, ਠੀਕ ਹੈ। ਸੋ ਇਟ ਇਜ਼ ਇੰਪॉर्टेंट ਟੂ ਕਵਰ these personalities also. Okay, so B is the right answer. So who coined the name United Nations? वर्ल्ड हिस्ट्री का सवाल है, इन्होंने पोलिटिकल साइंस के नाल भी लिंक कर सकते हैं। सो द क्लीयर आंसर हेयर इज फ्रैंकलिन डी रूसवेल्ट, जो कि USA के प्रेजिडेंट सी ड्यूरिंग द वर्ल्ड वॉर 2, तो जो कि बहुत इंपॉर्टेंट रोल जिन्होंने प्ले किया है फॉर USA, ठीक है। इन्होंने USA नू न्यू डील दे के, न्यू डील नाम की स्कीम दे के उन्होंने इकनॉमिक मुसीबत चो भी बाहर कढ़न का काम किया है।
ਤਾਂ ਕਾਫੀ ਜ਼ਿਆਦਾ ਇੰਪੋਰਟੈਂਟ ਪ੍ਰੈਜ਼ੀਡੈਂਟਸ ਵਿੱਚੋਂ ਇੱਕ ਹੈ ਫਰੈਂਕਲਿਨ ਡੀ ਰੂਜ਼ਵੈਲਟ। ਇਹਨਾਂ ਦੀ ਡੈਥ ਹੋ ਗਈ ਸੀ ਵਰਲਡ ਵਾਰ ਦੇ ਦੌਰਾਨ ਹੀ, ਜਿਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਹੈਰੀ ਟਰੂਮਨ ਆਉਂਦੇ ਆ ਇਹਨਾਂ ਤੋਂ ਬਾਅਦ। ਦ ਗਾਇ ਰਿਸਪੌਂਸਿਬਲ, ਹੈਰੀ ਟਰੂਮਨ ਦੀ ਗੱਲ ਕਰੀਏ ਤਾਂ ਗਾਇ ਰਿਸਪੌਂਸਿਬਲ ਫॉर ਡ੍ਰੌਪਿੰਗ ਦੀ ਐਟੋਮਿਕ ਬੋਮਬਸ ਔਨ ਜਾਪਾਨ, ਠੀਕ ਹੈ, ਤਾਂ ਇਹਨਾਂ ਦੇ ਸਕਸੈਸਰ ਹੀ ਸੀ। ਵਿੰਸਟਨ ਚਰਚਿਲ ਜੋ ਕਿ ਯੂਕੇ ਦਾ PM ਸੀ, ਜਿਹਦੀ ਵਜ੍ਹਾ ਨਾਲ ਇੰਡੀਆ 'ਚ ਵੀ ਬਹੁਤ ਵੱਡਾ ਇੱਕ ਫੈਮੀਨ ਆਇਆ, ਠੀਕ ਹੈ, ਦਿਸ ਇਜ਼ ਡੈਫੀਨਿਟਲੀ ਨਾਟ ਦੇਅਰ। ਟ੍ਰਿਗਵੇ ਲੀ UN ਦੇ ਪਹਿਲੇ ਸੈਕਟਰੀ ਜਨਰਲ ਸੀ ਫਰੋਮ ਨਾਰਵੇ, UN ਫਸਟ ਸੈਕਟਰੀ ਜਨਰਲ ਫਰੋਮ ਨਾਰਵੇ, ਨਾਰਵੇ ਦੇ ਫੋਰਨ ਮਿਨਿਸਟਰ ਵੀ ਰਹਿ ਚੁੱਕੇ ਸੀ। ਇਹ ਚੀਜ਼ ਇੱਥੋਂ ਕੀਤੀ ਜਾ ਸਕਦੀ ਹੈ। ਚਾਰਲਸ ਡੀ ਗੌਲ ਪ੍ਰੈਜ਼ੀਡੈਂਟ ਸੀ ਫਰਾਂਸ ਦੇ, ਹੀ ਵਾਸ ਫਰੋਮ ਨਾਰਵੇ, ਠੀਕ ਹੈ ਜੀ। ਚਾਰਲਸ ਡੀ ਗੌਲ ਦੀ ਗੱਲ ਕਰੀਏ ਤਾਂ ਫਰਾਂਸ ਦੇ ਪ੍ਰੈਜ਼ੀਡੈਂਟ ਸੀ ਤੇ ਜਨਰਲ ਵੀ ਸੀ, ਜਿਨ੍ਹਾਂ ਨੇ ਐਂਟੀ ਨਾਜ਼ੀ ਕੈਂਪੇਨਸ 'ਚ ਪਾਰਟ ਲਿਆ ਨਾਜ਼ੀਜ਼ ਨੂੰ ਡਿਫੀਟ ਕਰਨ ਲਈ ਇਨ ਜਰਮਨੀ, ਠੀਕ ਹੈ। ਤਾਂ ਚਾਰਲਸ ਡੀ ਗੌਲ ਵੀ ਬੜੇ ਇੱਕ ਹੀਰੋਇਕ ਫਿਗਰ ਹੈ ਇਨ ਫਰਾਂਸ। ਓਕੇ, ਸੋ 1 is the correct answer here. So which one of the following is the latest 193rd ਮੈਂਬਰ ਆਫ ਦ UN? ਇਹ 2018 ਦੀ ਗੱਲ ਹੈ ਓਬਵੀਅਸਲੀ। ਤਾਂ ਉਸ ਟਾਈਮ ਤੇ ਸਾਊਥ ਸੁਦਾਨ ਜੋ ਕਿ ਸੁਦਾਨ ਤੋਂ ਅਲੱਗ ਹੋਇਆ ਸੀ, ਉਹ ਲੇਟੈਸਟ ਬਣਿਆ ਸੀ, ਠੀਕ ਹੈ। ਸੋ ਸਾਊਥ ਸੁਦਾਨ ਜੋ ਕਿ ਹੈ ਅਫਰੀਕਾ ਦੇ ਸੈਂਟਰ 'ਚ ਹੀ ਆ ਜਾਂਦਾ ਹੈ ਅਤੇ ਬੜਾ ਇੱਕ ਇੰਪੋਰਟੈਂਟ ਦੇਸ਼ ਉੱਭਰ ਕੇ ਆ ਰਿਹਾ ਹੈ ਅਫਰੀਕਾ ਲਈ, ਬਿਕੋਜ਼ ਇੱਥੇ ਟਰਾਈਬਲ ਕਨਫਲਿਕਟਸ ਕਾफ़ी ज़्यादा हो रहे हैं। ਸਾਊਥ ਸੁਦਾਨ ਵਿੱਚ ਆਇਲ ਫੀਲਡਸ ਹੈ, ਆਇਲ ਜ਼ਰੂਰ ਹੈ ਲੇਕਿਨ ਆਇਲ ਦੀਆਂ ਪਾਈਪਲਾਈਨਸ ਹੈ ਉਹ ਸਾਊਥ ਸੁਦਾਨ ਵਿੱਚੋਂ ਹੋ ਕੇ ਨਿਕਲਦੀਆਂ, ਠੀਕ ਹੈ, ਜਿਹਦੇ ਕਰਕੇ ਇਸ ਦੇਸ਼ ਨੂੰ ਕਾफ़ੀ ਪ੍ਰੋਬਲਮ ਆ ਰਹੀ ਹੈ। ਸਾਊਥ ਸੁਦਾਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ 2 ਪ੍ਰੋਮੀਨੈਂਟ ਟਰਾਈਬਸ ਹੈ ਜੋ ਕਿ ਆਪਸ ਵਿੱਚ ਲੜ ਰਹੀਆਂ ਨੇ ਪਾਵਰ ਲਈ, ਡਿੰਕਾ ਐਂਡ ਨੋਇਰਸ, ਡਿੰਕਾ ਐਂਡ ਨੋਇਰਸ, ਠੀਕ ਹੈ, DINKA ਤੇ NEURS, ਜੋ ਕਿ ਆਪਸ ਵਿੱਚ ਲੜਦੀਆਂ ਅਤੇ ਟਰਾਈਬਲ ਕਨਫਲਿਕਟ ਇੱਥੇ ਹੁੰਦੇ ਰਹਿੰਦੇ ਆ, ਠੀਕ ਹੈ। ਸੋ ਬਹੁਤ ਕੋਈ ਸਟੇਬਲ ਨੇਸ਼ਨ ਨਹੀਂ ਹੈ, ਹਮੇਸ਼ਾ ਇੱਥੇ ਕੋਈ ਨਾ ਕੋਈ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ। ਸੋ B ਇਜ਼ ਦ ਰਾਈਟ ਆਨਸਰ ਹੇਅਰ। ਓਕੇ, ਸੋ ਅਗਲਾ ਬੜਾ ਈਜ਼ੀ ਸਵਾਲ ਹੈ, ਦੇਖਿਆ ਜਾਵੇ ਤਾਂ ਇਨਕਰੈਕਟ ਮੈਚ ਆਪਾਂ ਦੇਖਣਾ ਹੈ, ਠੀਕ ਹੈ, ਬਿਟਵੀਨ ਦੀ UN ਏਜੰਸੀ ਐਂਡ ਇਟਸ ਹੈਡਕੁਆਰਟਰਸ। UN ਏਜੰਸੀਜ਼ 'ਤੇ ਸਵਾਲ ਕੋਈ ਨਾ ਕੋਈ ਜ਼ਰੂਰ ਦੇਖਣ ਨੂੰ ਮਿਲਦਾ ਹੈ PCS ਵਿੱਚ, ਕਿਸੇ ਵੀ ਫਾਰਮ 'ਚ, ਚਾਹੇ ਕਿਸੇ UN ਏਜੰਸੀ ਦਾ ਹੈਡਕੁਆਰਟਰਸ ਪੁੱਛ ਲੈਣ, ਚਾਹੇ ਡਿਟੇਲ ਪੁੱਛ ਲੈਣ, ਚਾਹੇ ਕੋਈ ਲੇਟੈਸਟ ਮੈਂਬਰ ਪੁੱਛ ਲੈਣ। ਸੋ UN ਏਜੰਸੀਜ਼ ਅਗੇਨ ਆਰ ਵੈਰੀ ਇੰਪॉर्टेंट हेयर, ठीक है जी। सो फर्स्ट है फूड एंड एग्रीकल्चर ऑर्गेनाइजेशन, ये रोम ची है, दिस इज़ करेक्ट। इंटरनेशनल लेबर ऑर्गेनाइजेशन, दिस इज़ इन जनीवा, दिस इज़ करेक्ट, ठीक है। इंटरनेशनल मॉनेटरी फंड न्यूयॉर्क, दिस इज़ रॉन्ग। हालांकि बहुत सारे जो ऑफिसेज हैं हेडक्वार्टर्स न्यूयॉर्क हैं, बट IMF का हेडक्वार्टर है वाशिंगटन DC, जो कि है USA विच ही, बट अगेन अ डिफरेंट सिटी, वाशिंगटन DC। सो ये रॉन्ग है, तो ये राइट आंसर हो जाता है, यूनेस्को का पैरिस विच ही है। सो 3 आर करैक्ट, 1 इज़ रॉन्ग। सो ये आप इनकरैक्ट ही दसना है, तो C इज़ द राइट आंसर। सो ईजी क्वेश्चन है कंपैरेटिवली। मैच द फॉलोइंग फीचर्स ऑफ द इंडियन कॉन्स्टिट्यूशन फ्रॉम द अडॉप्शंस। ओके, पॉलिटी का सवाल है, अगेन वेरी ईजी। फैडरलिज्म कितों लिया आपां? कैनेडा चो। कैनेडा च भी स्टेट्स हैं तो स्टेट्स नू पावर्स घट हैं तो सेंटर नू पावर ज़्यादा है, रेजिडरी पावर्स आर विद द सेंटर। फंडामेंटल ड्यूटीज़ डैट इज़ फ्रॉम सोवियत यूनियन, बिकॉज वो एक कम्यूनिस्ट नेशनस हैं तो कम्यूनिज्म विच जे आपां गल करिए तो सिटीजनस की रिस्पॉन्सिबिलिटी होंदी है अपने देश लिए काम करने की, डैट इज़ ऑफ फंडामेंटल ड्यूटीज़। दैन वी हैव DPSP से आयरलैंड तो आए हैं, ये भी करैक्ट है, ठीक है, कि सरकार नू अपनी जनता लिए की करना चाहिए। दैन वी हैव जुडिशल रिव्यू, ये USA चो आया है, बिकॉज USA विच जो कोर्ट्स हैं दे आर वेरी पावरफुल, उन्होंने कोल अपनी जो एक पावर है चीज़ों को इंटरप्रेट करने की वो काफ़ी ज़्यादा है। तो स्ट्रेट अवे इतने ABCD का 1 2 3 4 आ जाएगा। सो A विल बी द राइट आंसर हेयर। बिल्कुल सिंपल क्वेश्चन है पॉलिटी का, ठीक है। हालांकि 2025 विच की लैवल रहेगा पॉलिटी का, अगेन हैव टू सी, बट दीज आर वेरी बेसिक थिंग्स जो तुहानू NCERT ते लक्ष्मीकांत वगैरह च मिल जाएंगे, एंड दीज थिंग्स हैव टू बी कवर्ड एनीवेज। फिर तो पॉलिटी का सवाल आ गया जी। सो विच 2 कमिटीज़ ऑफ द पार्लियामेंट आर डिस्क्राइब्ड एज ट्विन सिस्टर कमिटीज़? ट्विन सिस्टर कमिटीज़ हुण किहनूं कहा जाता है, ठीक है। सो डैट इज़ पब्लिक अकाउंट्स कमेटी एंड एस्टिमेट्स कमेटी, पब्लिक अकाउंट कमेटी एंड कमेटी ऑन पब्लिक अंडरटेकिंग्स, लॉ कमेटी एंड कमेटी ऑन ऑफ डेलीगेटेड लेजिस्लेशन, कमेटी ऑन प्रिविलेजेस एंड कमेटी ऑन पिटिशंस।
ਸੋ ਯਾਦ ਰੱਖਿਓ ਟਵਿਨ ਸਿਸਟਰ ਕਮੇਟੀਜ਼ ਉਹਨਾਂ ਕਮੇਟੀਜ਼ ਨੂੰ ਕਿਹਾ ਜਾਂਦਾ ਹੈ ਜੋ ਕਿ ਕੰਟਰੀ ਦੀ ਫਾਈਨਾਂਸਿਸ ਨੂੰ ਸਟੇਬਲਾਈਜ਼ ਕਰਨ ਦੀ ਗੱਲ ਕਰਦੀ ਹੈ ਤੇ ਫਾਈਨੈਂਸ਼ੀਅਲ ਕੰਟਰੋਲ ਨੂੰ ਇਨਸ਼ੋਰ ਕਰਨ ਦੀ ਗੱਲ ਕਰਦੀ ਹੈ। ਫਾਈਨੈਂਸ਼ੀਅਲ ਰਿਸੋਰਸਿਸ ਕਿਸ ਤਰ੍ਹਾਂ ਦੇਸ਼ ਦੇ ਲਗਾਏ ਜਾ ਰਹੇ ਹੈ ਉਸ ਚੀਜ਼ ਨੂੰ ਦੇਖਣ ਦੀ ਗੱਲ ਕਰਦੀ ਹੈ। ਐਂਡ ਦੈਟ ਇਜ਼ ਪਬਲਿਕ ਅਕਾਊਂਟਸ ਕਮੇਟੀ ਐਂਡ ਐਸਟੀਮੇਟਸ ਕਮੇਟੀ, ਠੀਕ ਹੈ, ਜੋ ਕਿ ਲੋਕ ਸਭਾ ਦੇ ਰਾਜ ਸਭਾ ਦੇ ਮੈਂਬਰਸ ਚੋਂ ਬਣਾਏ ਜਾਂਦੇ ਨੇ। ਐਸਟੀਮੇਟਸ ਕਮੇਟੀ ਉਹ ਹੈ ਜਿਹਦੇ ਵਿੱਚ 30 ਮੈਂਬਰਸ ਜੋ ਹੈਗੇ ਹੈ ਦੇ ਆਰ ਓਨਲੀ ਫਰੋਮ ਲੋਕ ਸਭਾ। ਪਬਲਿਕ ਅਕਾਊਂਟ ਕਮੇਟੀ 'ਚ ਰਾਜ ਸਭਾ ਦਾ ਵੀ ਰੈਪਰਜੈਂਟੇਸ਼ਨ ਹੈ, ਲੇਕਿਨ ਐਸਟੀਮੇਟਸ ਕਮੇਟੀ ਵਿੱਚ ਇਟਸ ਓਨਲੀ ਲੋਕ ਸਭਾ। सो दिस हैज़ टू बी रिमेंबर्ड। सो ए इज़ द राइट आंसर। फिर तो सिंपल सवाल है जो कि पॉलिटी तो आया है। स्टैटिक पार्ट तो जो आप देखिए था ओके। सो दैन क्वेश्चन है रोहिंग्यास से, क्योंकि 2018-19 ਵਿੱਚ रोहिंग्यास ਦਾ ਇਸ਼ੂ ਜੋ ਹੈ ਬੜਾ ਭੜਕਿਆ ਹੋਇਆ ਸੀ, तो ਉਹਨਾਂ ਤੇ क्वेश्चंस है। हालांकि नॉट एक्सपेक्टेड इन 2024-25 अनलेस फिर तो ਇਹਨਾਂ ਦੇ ਰਿਗਾਰਡਿੰਗ ਕੋਈ ਨਿਊਜ਼ ਆਵੇ। The Rohingyas crisis has been making news lately. Consider the following statements about the Rohingyas. So they are an ethnic group largely comprising Muslims, जो कि बिल्कुल ठीक है, and predominantly live in the western Myanmar province of Rakhine। ये भी बिल्कुल ठीक है, ठीक है। ये ਉਹ ਇਲਾਕਿਆਂ 'ਚ ਰਹਿੰਦੇ ਨੇ ਜੋ ਕਿ ਬੰਗਲਾਦੇਸ਼ ਦੇ ਕੋਲ ਹੈ ਤੇ ਵੈਸਟਰਨ ਏਰੀਆ ਵਿੱਚ ਹੈ। ਮਿਆਂਮਾਰ ਦਾ ਵੈਸਟਰਨ ਏਰੀਆ ਬੰਗਲਾਦੇਸ਼ ਨਾਲ ਟੱਚ ਕਰਦਾ ਹੈ, ਉੱਥੇ ਹੀ ਰਹਿੰਦੇ ਹੈ। ਉਸ ਸਟੇਟ ਦਾ ਨਾਮ ਹੈ ਰਖਾਈਨ, ਠੀਕ ਹੈ। ਅਦਰਵਾਈਜ਼ ਮਿਆਂਮਾਰ ਨੂੰ ਦੇਖੀਏ ਤਾਂ ਉਹ ਇੱਕ ਬੁੱਧਿਸਟ ਮੈਜੋਰਿਟੀ ਨੇਸ਼ਨ ਹੈ, ਜੋ ਕਿ ਇੱਥੇ ਮੁਸਲਿਮਸ ਤੇ ਬੁੱਧਿਸਟ ਦਾ ਇੱਕ ਕਲੈਸ਼ ਨਜ਼ਰ ਆਉਂਦਾ ਹੈ, ਜਿਹਦੇ ਕਰਕੇ ਇਹਨਾਂ ਤੇ ਕਾਫੀ ਜ਼ਿਆਦਾ ਪ੍ਰੋਬਲਮਸ ਜੋ ਹੈ ਰੋਹਿੰਗਿਆਜ਼ ਨੂੰ ਫੇਸ ਕਰਨੀ ਪਈ, ਜਿਹਦੇ ਕਰਕੇ ਇਹ ਬਾਕੀ ਦੇਸ਼ਾਂ ਵਿੱਚ ਮੂਵ ਕਰ ਗਏ ਰੋਹਿੰਗਿਆਜ਼। ਤੇ ਦੈਨ ਇੰਡੀਆ ਨੂੰ ਵੀ ਜੇ ਦੇਖਿਆ ਜਾਵੇ ਤਾਂ ਇਹਨਾਂ ਕਰਕੇ ਇੱਕ ਰਿਫਿਊਜੀ ਪ੍ਰੋਬਲਮ ਹੈ ਜੋ ਫੇਸ ਕਰਨੀ ਪੈਂਦੀ ਹੈ। ਸੋ ਸੈਕੰਡ ਇਜ਼ ਆਲ ਦ ਰੋਹਿੰਗਿਆਜ਼ ਆਰ ਫੁੱਲ ਸਿਟੀਜ਼ਨ ਆਫ ਮਿਆਂਮਾਰ। ਨੋ, ਕਿਉਂਕਿ ਰੋਹਿੰਗਿਆਜ਼ ਦਾ ਸਟੇਟਸ ਕਲੀਅਰ ਨਹੀਂ ਹੈ। ਕੁਛ ਕੁ ਰੋਹਿੰਗਿਆਜ਼ ਸਟੇਟਲੈਸ ਬਣੇ ਹੋਏ ਹੈ, ਮਿਆਂਮਾਰ ਉਹਨਾਂ ਨੂੰ ਅੱਛੀ ਤਰ੍ਹਾਂ ਟਰੀਟ ਨਹੀਂ ਕਰ ਰਿਹਾ। ਡੈਟ ਇਜ਼ ਵਾਈ ਦੇ ਆਰ ਨਾਟ ਫੁੱਲ ਸਿਟੀਜ਼ਨਸ, ਬਿਕੋਜ਼ ਬੜੇ ਬੰਗਲਾਦੇਸ਼ ਦੇ ਈਸਟਰਨ ਇਲਾਕੇ ਵਿੱਚ ਰਹਿੰਦੇ ਨੇ, ਠੀਕ ਹੈ, ਐਜ਼ ਰਿਫਿਊਜੀਜ਼। ਤੇ ਈਵਨ ਇਨ ਅਦਰ ਕੰਟਰੀਜ਼ ਸੱਚ ਐਜ਼ ਇੰਡੀਆ, ਤਾਂ ਜੇ ਫੁੱਲ ਸਿਟੀਜ਼ਨ ਹੁੰਦੇ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਸੀ ਹੋਣੀ, ਠੀਕ ਹੈ। ਸੋ ਦਿਸ ਇਜ਼ ਰੋਂਗ ਸਟੇਟਮੈਂਟ। ਅਕੋਰਡਿੰਗ ਟੂ UN, the Rohingya crisis is majorly a result of ethnic cleansing being done by the Myanmar state। ethnic cleansing, ਹੁਣ ਜੋ ਰੋਹਿੰਗਿਆਜ਼ ਹੈ ਇੱਕ ਡਿਫਰੈਂਟ ਟਰਾਈਬ ਹੈ, ਡਿਫਰੈਂਟ ਗਰੁੱਪ ਹੈ, ਇਹਦੇ ਖਿਲਾਫ ਮਿਆਂਮਾਰ ਸਟੇਟ ਇੱਕ ਗਲਤ ਨੀਤੀ ਅਪਣਾ ਰਿਹਾ, ਜਿਹਦੇ ਕਰਕੇ ਇਹਨਾਂ ਨੂੰ ਭਜਾਇਆ ਜਾ ਰਿਹਾ ਦੇਸ਼ ਚੋਂ। ਦਿਸ ਇਜ਼ ਅ ਰਾਈਟ ਸਟੇਟਮੈਂਟ, ਠੀਕ ਹੈ। ਸੋ 1 and 3 ਆਰ ਰਾਈਟ ਹੇਅਰ। ਸੋ ਸੀ ਇਹਦੇ 'ਚ ਕਰੈਕਟ ਆਂਸਰ ਹੋ ਜਾਏਗਾ, ਠੀਕ ਹੈ ਜੀ। ਹੁਣ ਜੇ ਆਪਾਂ ਇਹਦੇ ਐਸੋਸੀਏਟਡ ਹੋਰ ਗੱਲ ਕਰੀਏ ਤਾਂ ਆਪਾਂ ਦੇਖਦੇ ਹਾਂ 2-3 ਟਰਾਈਬਸ ਕਿਹੜੀਆਂ ਹੈ ਜੋ ਕਿ ਇੰਪੋਰਟੈਂਟ ਨੇ ਮਿਆਂਮਾਰ। ਮਿਆਂਮਾਰ 'ਚ ਮੇਨ ਲੋਕ ਜੋ ਰਹਿੰਦੇ ਹੈ ਮੈਜੋਰਿਟੀ, ਡੈਟ ਇਜ਼ ਬਰਮਨਸ, BURMANS, ਠੀਕ ਹੈ। ਬਰਮਨਸ ਤੋਂ ਇਲਾਵਾ ਹੋਰ ਵੀ ਇੱਥੇ ਗਰੁੱਪਸ ਹੈ ਜੋ ਕਿ ਆਜ਼ਾਦੀ ਮੰਗਦੇ हैं ਤੇ ਕਿਤੇ ਨਾ ਕਿਤੇ ਸਟਰਗਲ ਕਰਦੇ ਹਨ ਬੰਗਲਾਦੇਸ਼, ਮਿਆਂਮਾਰ ਸੌਰੀ ਨਾਟ ਬੰਗਲਾਦੇਸ਼। ਸੋ ਵੀ ਹੈਵ ਬਰਮਨਸ। ਦੈਨ ਵੀ ਹੈਵ, ਜੇ ਆਪਾਂ ਗੱਲ ਕਰੀਏ ਚਿੰਸ, ਜੋ ਕਿ ਅਗੇਨ ਰਖਾਈਨ ਤੋਂ ਸਾਊਥ ਵਿੱਚ ਇੱਕ ਚਿਨ ਸਟੇਟ ਹੈ, ਉੱਥੇ ਰਹਿੰਦੇ ਹੈ। ਵੀ ਹੈਵ ਕੈਰਨਸ, KARENS, we have Karens, we have Kachins, KACHINS, we have Shan, SHAN, ठीक है जी। शैन, बर्मन्स, ਇਹਨਾਂ ਦੀ ਮੈਜੋਰਿਟੀ, ਇਹ ਚੀਜ਼ ਯਾਦ ਰੱਖਣੀ ਹੈ। ਚਿਨ, ਕੈਰਨਸ, KARENS, ਕਾਚਿਨਸ, ਸ਼ੈਨ, ਇਹ ਕੁਝ ਗਰੁੱਪਸ ਨੇ ਜੋ ਕਿ ਮਿਆਂਮਾਰ ਵਿੱਚ ਐਜ਼ ਅ ਮਾਈਨੋਰਿਟੀ ਐਗਜ਼ਿਸਟ ਕਰਦੇ ਆ। ਸੋ ਇਟ ਕੈਨ ਬੀ ਆਸਕਡ, ਯੂ ਨੈਵਰ ਨੋ। ਸੋ ਸੀ ਇਜ਼ ਦ ਆਂਸਰ ਹੇਅਰ। Okay, so which of the following amendments in the Indian Constitution were equated with mini constitution? ਹੁਣ ਆਪਣਾ ਇੰਦਰਾ ਗਾਂਧੀ ਜੀ ਦੇ ਟਾਈਮ 'ਤੇ, ਠੀਕ ਹੈ, ਉਸ ਤਰ੍ਹਾਂ ਦੀਆਂ ਅਮੈਂਡਮੈਂਟਸ ਲਿਆਂਦੀਆਂ ਗਈਆਂ ਸੀ ਜਿਹਦੇ ਵਿੱਚ ਸੈਂਟਰ ਨੂੰ ਸਟਰੋਂਗ ਕਰਨ ਦੀ ਗੱਲ ਕੀਤੀ ਗਈ ਸੀ ਅਤੇ ਸੁਪਰੀਮ ਕੋਰਟ ਦੀ ਪਾਵਰਸ ਨੂੰ ਐਬਰੋਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਠੀਕ ਹੈ। ਐਂਡ ਦੈਟ ਅਮੈਂਡਮੈਂਟ ਇਜ਼ 42nd। ਹਾਲਾਂਕਿ 25th ਜੋ ਹੋਈਆਂ ਸੀ 1971 ਵਿੱਚ, ਇਹਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਕੰਮ ਹੋਇਆ ਸੀ, ਬਟ ਇਹਨੂੰ ਮਿਨੀ ਕੌਂਸਟੀਟਿਊਸ਼ਨ ਨਹੀਂ ਕਿਹਾ ਜਾਂਦਾ। ਮਿਨੀ ਇਜ਼ 42nd ਅਮੈਂਡਮੈਂਟ ਐਕਟ, ਠੀਕ ਹੈ, ਜਿਹਦੇ ਵਿੱਚ ਸੁਪਰੀਮ ਕੋਰਟ ਦੀ ਪਾਵਰਸ ਨੂੰ ਘੱਟ ਕੀਤਾ ਗਿਆ, ਠੀਕ ਹੈ। ਸੈਕੂਲਰ ਸੋਸ਼ਲਿਸਟ ਵਰਗੇ ਵਰਡਸ ਨੂੰ ਇੰਟਰੋਡਿਊਸ ਕੀਤਾ ਗਿਆ ਇਨ ਦੀ ਇੰਡੀਅਨ ਕੌਂਸਟੀਟਿਊਸ਼ਨ। ਫੰਡਾਮੈਂਟਲ ਡਿਊਟੀਜ਼ ਨੂੰ ਇੰਟਰੋਡਿਊਸ ਕੀਤਾ ਗਿਆ, ਫੰਡਾਮੈਂਟਲ ਡਿਊਟੀਜ਼, ਠੀਕ ਹੈ। ਅਤੇ ਸੈਂਟਰ ਨੂੰ ਕਾਫੀ ਜ਼ਿਆਦਾ ਸਟਰੋਂਗ ਕਰ ਦਿੱਤਾ ਗਿਆ। ਗੋਲਕਨਾਥ ਕੇਸ ਜੋ ਕਿ 1967 ਵਿੱਚ ਆਇਆ, ਗੋਲਕਨਾਥ ਕੇਸ,
ਉਹਨੂੰ ਵੀ ਸੈੱਟ ਅਸਾਈਡ ਕਰ ਦਿੱਤਾ ਗਿਆ ਕਿਉਂਕਿ ਉਹ ਐਪੈਕਸ ਕੋਰਟ ਨੂੰ ਐਮਪਾਵਰ ਕਰ ਰਿਹਾ ਸੀ ਕਾਫੀ ਜ਼ਿਆਦਾ। 44th ਅਮੈਂਡਮੈਂਟ ਜਨਤਾ ਪਾਰਟੀ ਨੇ ਕੀਤਾ ਸੀ 42nd ਅਮੈਂਡਮੈਂਟ ਦੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਕੈਂਸਲ ਕਰਨ ਲਈ। ਐਂਡ 73rd ਐਂਡ 74th ਅਮੈਂਡਮੈਂਟ ਐਕਟ ਪੰਚਾਇਤੀ ਰਾਜ ਤੇ ਮਿਊਨਿਸਪੈਲਿਟੀਜ਼ ਨਾਲ ਲਿੰਕਡ ਹੈ। ਸੋ ਬੀ ਆਂਸਰ ਹੈ ਇਹਦਾ, ਠੀਕ ਹੈ। ਅਗੇਨ ਅਮੈਂਡਮੈਂਟਸ ਤੇ ਕਾਫੀ ਸਵਾਲ ਆਏ ਸੀ ਉਸ ਸਾਲ। ਸੋ the answer is B here, that is the mini constitution. Okay, so next question is which of the following is incorrect with regard to the schedules listed in the constitution of India। फिर तो पॉलिटी का सवाल। A is there are total 12 schedules, this is बिल्कुल सही। आप इनकरेक्ट दसना फिर तो ये चीज़ ध्यान रखना है कि करेक्ट पूछा गया या फिर इनकरेक्ट। Second is schedules 11 and 12 were incorporated respectively by 73rd and 74th constitutional amendments, जो कि पंचायती राज ने म्यूनिसिपल कॉरपोरेशंस ਦੇ ਰਿਗਾਰਡਿੰਗ ਹੈ, म्यूनिसपैलिटीज़। बिल्कुल ठीक है, यही सवाल यही चीज़ आप पिछे भी देखी। Then we have the 9th schedule was added to the constitution by the first amendment act, this is also right। 9th schedule है जो कि ਇੱਥੇ जुडिशियल रिव्यू ਦੇ ਰਿਗਾਰਡਿੰਗ ਹੈ ਤੇ ਉਹ ਫਸਟ ਅਮੈਂਡਮੈਂਟ 'ਚ ਐਡ ਕੀਤਾ ਗਿਆ ਸੀ। D is anti defection law is in the 10th schedule and it was added by the 42nd constitutional amendment, this is wrong। this is the right answer क्योंकि wrong statement है because it was added by the 52nd amendment act। 52nd शेड्यूल 10 है बट अमेंडमेंट गलत है। अगेन अमेंडमेंट का सवाल इतने है, ठीक है। सो 52nd अमेंडमेंट एक्ट इतने है, ठीक है। तो इस चीज़ का इतने खास ध्यान रखा जाए। सो डी इज़ द राइट आंसर, अगेन नॉट अ वेरी डिफिकल्ट क्वेश्चन। हुण विच ऑफ द फॉलोइंग इज नॉट द एसेंशियल कंडीशन फॉर अ पोलिटिकल पार्टी टू बी रिकॉग्नाइज्ड एज अ नैशनल पार्टी, ठीक है जी। सो नैशनल पार्टी ਲਈ ਕਿਹੜਾ ਕੰਡੀਸ਼ਨ ਐਸੈਂਸ਼ੀਅਲ ਨਹੀਂ ਹੈ। ਸਭ ਤਿੰਨ ਇਹਦੇ 'ਚ ਸਹੀ ਹੋਣਗੀਆਂ, ਇੱਕ ਗਲਤ ਹੋਣਗੀਆਂ। ਆਪਾਂ ਦੇਖਦੇ ਹਾਂ ਕਿਹੜੀ ਸਹੀ ਹੈ। ਇਫ ਅ ਪਾਰਟੀ ਗੈਟ 6% ਆਫ ਦੀ ਟੋਟਲ ਵੈਲਿਡ ਵੋਟਸ ਪੋਲਡ ਇਨ ਦੀ ਇਲੈਕਸ਼ਨ ਫॉर ਲੋਕ ਸਭਾ ਇਨ 4 ਔਰ ਮੋਰ ਸਟੇਟਸ, 6% ਵੋਟ ਹੋਣੀਆਂ ਚਾਹੀਦੀਆਂ 4 ਤੇ ਮੋਰ ਸਟੇਟਸ ਤੇ, ਇਹ ਸਹੀ ਕੰਡੀਸ਼ਨ ਹੈ, ਠੀਕ ਹੈ। ਮਤਲਬ ਇਹ ਰਾਈਟ ਕੰਡੀਸ਼ਨ ਹੈ ਨੈਸ਼ਨਲ ਪਾਰਟੀ ਬਣਨ ਦੇ ਲਈ। ਸੈਕੰਡ ਇਜ਼ ਇਫ ਅ ਪਾਰਟੀ ਸੈਂਡਸ 4 ਇਲੈਕਟਡ ਮੈਂਬਰਸ ਟੂ ਦੀ ਲੋਕ ਸਭਾ, ਇਹ ਵੀ ਬਿਲਕੁਲ ਠੀਕ ਸਟੇਟਮੈਂਟ ਹੈ। Third is if a party gets 2% of the total number of seats in Lok Sabha from not less than 3 states, ये भी ठीक है। And then if a party is recognized as a state party in at least 2 states, this is wrong। ਹੁਣ ਇੱਥੇ अगेन एक फैक्चुअल एरर है छोटा जिहा, इनू कैच करना है, ठीक है। सो दिस इज 4 states और मोर, ना कि 2 states। 2 की जगह 4 करना है इत्थे, मतलब 4 होना चाहिए सी बेसिकली। सो 4 states और मोर, ठीक है। सो डी इत्थे राइट आंसर हो गया बिकॉज दिस इज द इनकरेक्ट स्टेटमेंट। ओके, नेक्स्ट फिर तो पंचायती राज से है। द पंचायती राज इलेक्शंस आर शेड्यूल्ड इन द मंथ, ऑब्वियसली 2018 दी न्यूज़ है। सो पंचायती राज के रिगार्डिंग देखना है कि इनकरेक्ट की है। फिर तो काफ़ी इनकरेक्ट पूछा गया सी उस साल। द टर्म ऑफ द ऑफिस टू द पंचायत इज़ 5 years, बिल्कुल ठीक स्टेटमेंट है। 5 साल की इत्थे टेन्योर होंदी है। Then the direction and control of the preparation of the electoral rolls and conduct of all elections किहदे कोल हुंदा है, in to the पंचायत shall be vested in the election commission of India। हुण इत्थे एक झोल आ गया। पंचायती राज ते म्यूनिसपैलिटीज़ दे जो इलैक्शंस है तो इलैक्शंस दे रिगार्डिंग जो चीज़ां है वो स्टेट दा इलैक्शन कमीशन इत्थे देखदा है, नॉट द इलैक्शन ऑफ कमीशन ऑफ इंडिया। सो दिस इज स्टेट इलैक्शन कमीशन, स्टेट इलैक्शन कमीशन। सो देखा जाए तो बी वुड बी द राइट आंसर क्योंकि गलत हो गया। थर्ड वेखिए द स्टेट लेजिस्लेचर कैन मेक प्रोविजंस टू द मैटर्स रिलेटिंग टू इलैक्शंस ऑफ पंचायत, बिल्कुल ठीक है। स्टेट लेजिस्लेचर विधान सभा ही देखती है उस स्टेट की। एंड 73rd अमेंडमेंट एक्ट प्रोवाइड्स फॉर द रिजर्वेशन ऑफ नॉट लेस दैन 1/3 ऑफ द टोटल फॉर वुमेन, दिस इज ऑल्सो राइट। सो बी ये करैक्ट हो गया क्योंकि इलैक्शन कमीशन ऑफ द स्टेट इज रिस्पोंसिबल। एक होर ईजी सवाल ही आप कहेंगे बिकॉज बिल्कुल ईजी सवाल आया। Then who is the chairman of the interstate council? President of India, Union Cabinet, Prime Minister or the Union Home Minister? So straight away it is Prime Minister। Interstate Council जो कि Constitution ਦੇ Article 263 ਵਿੱਚ mention करती है, mention ਹੁੰਦਾ है ਜਿਹਦਾ, ठीक है। It talks about कि किस तरह states ਤੇ union government ਵਿੱਚ जो issues हैं या फिर कोई चीज़ लागू करनी है तो किस तरह एक बेटर तरीके नाल कोऑर्डिनेट करके डिस्कशनस हो सकती हैं।
तो बेसिकली इंटरस्टेट काउंसिल इज़ अ गुड मेजर फॉर कोऑपरेटिव फेडरलिज्म, कोऑपरेटिव फेडरलिज्म, ठीक है जी, कोऑपरेटिव फेडरलिज्म, ठीक है। तो यूनियन ਤੇ ਸਟੇਟਸ ਵਿੱਚ ਬੈਟਰ ਤਾਲਮੇਲ ਲਈ ਇਹ ਤੇ ਸਰਕਾਰੀਆ ਕਮਿਸ਼ਨ ਜੋ ਅਪਾਇੰਟ ਹੋਇਆ ਸੀ, ਹੁਣ ਇਹ ਕਮਿਸ਼ਨ ਵੀ ਅਲੱਗ ਤੋਂ ਪੜ੍ਹਨਾ ਹੈ। ਸਰਕਾਰੀਆ ਉਹ ਵੀ ਇਹਨੂੰ ਇੰਪੋਰਟੈਂਸ ਦੇਣ ਦੀ ਗੱਲ ਕਰਦਾ ਹੈ, ਠੀਕ ਹੈ। ਸਰਕਾਰੀਆ ਕਮਿਸ਼ਨ ਯਾਦ ਰੱਖਣਾ। ਸੋ C is the right answer here. So moving to next. So बड़ा इंटरेस्टिंग क्वेश्चन है नेक्स्ट क्वेश्चन, दैट इज द वर्ड ब्यूरोक्रेसी वाज फर्स्ट कॉइंड बाय। ब्यूरोक्रेसी ਦੀ ਆਪਾਂ ਗੱਲ ਤਾਂ ਕਰਦੇ ਹਾਂ, ब्यूरोक्रेसी ਜਾਣ ਦੀ ਵੀ ਗੱਲ ਕਰਦੇ ਹਾਂ, ਸਿਲੈਕਟ ਹੋਣ ਦੀ ਵੀ ਗੱਲ ਕਰਦੇ ਹਾਂ, ਪਰ ਇਹ ਵਰਡ ਕਿਹਨੇ ਕੋਇਨ ਕੀਤਾ? ब्यूरोक्रेसी इज़ अ फ्रेंच वर्ड बेसिकली विच वॉज coined बाय विंसेंट दी गूरने इन द 18th सेंचुरी, लगभग अज तो 250-300 साल पहला, ठीक है। ब्यूरोक्रेसी का की मतलब है? ब्यूरोक्रेसी दो वर्ड्स तो जुड़ के बनया इत्थे। ब्यूरो का मतलब है डेस्क एंड हेयर इज गवर्नमेंट, ठीक है। स्पेशल डेस्क जो होंगे, ठीक है, स्पेशल डेस्क। हुण डेस्क का की मतलब है इत्थे? वट डू मीन बाय डेस्क? वो ऑफिसर्स जो कि बेसिकली डेस्क ते बैठते हैं, ये वो गवर्नमेंट है जिथे ऑफिसर्स कंट्रोल करते हैं, ठीक है। तो क्रेसी मीनस टू रूल, ठीक है। तो ब्यूरोक्रेसी बेसिकली की है जिथे ऑफिसर्स रूल करते हैं, ठीक, जिथे रूल बेस्ड गवर्नमेंट चलती है, डैट इज़ ब्यूरोक्रेसी। इट वॉज गिवन बाय विंसेंट दी गूड ने। फिर तो इस तरह के सवाल आ सकते हैं। सो डी इज़ द राइट आंसर हेयर। हालांकि मैक्स वेबर ने ब्यूरोक्रेसी के बहुत इंपॉर्टेंट प्रिंसिपल्स दिते हैं कि जिमें ब्यूरोक्रेसी है वो इट इज़ अ वेरी गुड इंस्टीट्यूशन, तो वह हरारकीकल होना चाहिए, हरारकीकल लैवल्स होने चाहिए ब्यूरोक्रेसी विच। इट शुड हैव रूल्स एंड इंपार्शैलिटी। भी जे रूल्स आप बनावांगे प्रॉपर हायरार्की बना के चलांगे तो ब्यूरोक्रेसी बहुत अच्छा काम करेगी, गवर्नेंस बहुत अच्छी होएगी। इट वॉज गिवन बाय मैक्स वेबर, ठीक है, जो कि जर्मन के एक पोलिटिकल साइंटिस्ट सी। अलेक्जेंडर पोप बेसिकली एक पोएट सीगे जो कि सटायर करते सी, ठीक है। एम क्रोजियर ने भी ब्यूरोक्रेसी ते होर चीज़ों के उत्ते काफ़ी थ्योरीज दित्तियां ने, बट हैजंट गिवन दिस वर्ड, ठीक है। इस वर्ड नाल उन्हां दा कोई खास वो नहीं हैगा कोइन करन दी। सो डी इज़ द राइट आंसर हेयर। एक गूगली क्वेश्चन है, इस तरह के सवाल जनरली आप नहीं पढ़ते। नेक्स्ट क्वेश्चन इज विच ऑफ द फॉलोइंग रिजल्टेड फ्रॉम ब्रेटन वुड्स कॉन्फ्रेंस जो कि 1944 विच हुई सी। वर्ल्ड वॉर 2 जब बहुत डिस्ट्रक्शन हो गया सी यूरोप का, तो वड्डे लीडर्स ने सोचा कि वर्ल्ड वॉर्स तो बाद कुछ इस तरह का सिस्टम बनाना पैना है कि यूरोप तो बाकी दुनिया को दोबारा रीकनस्ट्रक्ट किया जाए, सो दैट कम्युनिज्म ना फैलना शुरू हो जाए, ठीक है। तो यदा सीधा मतलब इकनॉमिक्स नाल है। तो UN, लीग ऑफ नेशंस, न्यूक्लियर, नो। सो इट इज़ वर्ल्ड बैंक एंड IMF। वर्ल्ड बैंक तो IMF की वजह नाल ही वर्ल्ड नू, यूरोप नू रीकनस्ट्रक्ट किया जा सकता है, तो उत्थे लड़ाई के जो इल इफेक्ट्स हैं उन्होंने घट किया जा सकता है, ठीक है। दोबारा इकनॉमिक रिवाइवलाइजेशन, इकनॉमिकली रिवाइव कितना किते किया जा सकता है, डी, ठीक है। सो दैट इज़ वर्ल्ड बैंक एंड IMF। सो डी इज़ द राइट आंसर हेयर। So then which one of the following is not a sufficient ground for convening a joint sitting of both the houses of the parliament? So हाउस ऑफ पार्लियामेंट की गल है कि जॉइंट सिटिंग किहदे विच नहीं हुंदी, ठीक है। सो आपां ये देखना कि किहदे विच हुंदी है। सो ए इज़ रिजेक्शन ऑफ अ बिल बाय वन हाउस ऑफ द पार्लियामेंट व्हेन द अदर हैज़ पास्ड इट। जब पहले हाउस ने पास करता बिल तो दूजे हाउस ने उन्होंने रिजेक्ट करता, उदों जॉइंट पार्लियामेंटरी मीटिंग हुंदी है, ठीक है। जॉइंट सिटिंग हुंदी है बेसिकली, नॉट जॉइंट पार्लियामेंटरी, जॉइंट सिटिंग हुंदी है। सैकेंड इज बोथ हाउसेज हैव फाइनली डिसएग्रीड टू एज टू दी अमेंडमेंट्स टू बी मेड। जो दोनों हाउस विच ये डिसाइड नहीं हो रहा कि किहड़े अमेंडमेंट्स करने चाहिए बिल विच या नहीं, सो उहदे विच भी जॉइंट सिटिंग हुंदी है। थर्ड इज मोर दैन 6 months हैव लैप्स फ्रॉम द डेट ऑफ द रिसेप्शन ऑफ द बिल बाय द अदर हाउस विदाउट द बिल बीइंग पास बाय इट। दिस इज़ ऑल्सो राइट कि दूजे हाउस विच जिहदे कोल बिल आया है 6 महीनों तक उन्होंने कोई एक्शन ही नहीं लिया, ठीक है। Okay, and then D is president has refused to give his assent to the bill. So this is the incorrect statement. इत्थे आंसर करेक्ट हो जाएगा, D would be the answer here क्योंकि स्टेटमेंट इनकरेक्ट हो गई,
ठीक है। हुण प्रेजिडेंट अपना असेंट ਨੂੰ ਰਿਫਿਊਜ਼ ਜ਼ਰੂਰ ਕਰ ਸਕਦਾ ਹੈ, बट ਉਹਦੇ 'ਚ ਜੁਆਇੰਟ ਸਿਟਿੰਗ ਦੀ ਕੋਈ ਲੋੜ ਨਹੀਂ ਹੁੰਦੀ, ਬਿੱਲ ਉੱਥੇ ਹੀ ਮੁੱਕ ਜਾਂਦਾ ਹੈ। ਹਾਲਾਂਕਿ ਇਨ ਦ ਕੇਸ ਆਫ ਕॉन्स्टिट्यूशनल अमेंडमेंट प्रेजिडेंट कैन नॉट रिफ्यूज़, ठीक है। ਇਹਦੇ ਵਿੱਚ ਕਾफ़ੀ कंडीशंस हैं, सो जॉइंट सिटिंग ਦੀਆਂ ਇਹ 3 कंडीशंस हैं, सो डी इज़ रॉन्ग हेयर, ठीक है जी। तो कुछ बिल्स की ਆਪਾਂ ਗੱਲ ਦੇਖਦੇ ਹਾਂ, 3 ਬਿਲਸ ਜੋ ਕਿ ਜॉइंट सिटिंग ਨਾਲ ਡੀਲ ਕੀਤੇ ਗਏ ਸੀ। फॉर एग्जांपल डाउरी प्रोहिबिशन बिल, डाउरी बिल जो कि 1960 ਵਿੱਚ ਪਾਸ ਹੋਇਆ ਸੀ। डाउरी बिल, डाउरी प्रोहिबिशन बेसिकली, डाउरी बिल नहीं, डाउरी प्रोहिबिशन 1960 ਵਿੱਚ ਉਹ ਵੀ जॉइंट सिटिंग ਨਾਲ ਹੋਇਆ ਸੀ। दैन बैंकिंग सर्विस कमीशन रिपील, बैंकिंग सर्विस कमीशन ਸੀ ਉਹਨੂੰ ख़त्म करना ਸੀ, ਉਹ भी 1977 ਵਿੱਚ ਹੋਇਆ। दैन प्रिवेंशन ऑफ टेररिज्म एक्ट पोटा 2002, ਉਹ भी जॉइंट सिटिंग ਦੇ ਹੀ थ्रू ਇਹਦੇ ਤੇ फैसला लिया गया ਸੀ, ठीक है। तो ਇਹਦੇ ਤੇ भी सवाल आ सकता है कि ਕਿਹੜੇ 3 बिल्स हैं जिते जॉइंट सिटिंग हुई सी, एंड दिस क्वेश्चन कैन ऑल्सो कम। सो डी इज़ द राइट आंसर हेयर। Okay, so celebrating its 50 years, Booker Prize declared its Best of Man Booker Prize on 7 July 2018. Again 2018 ਦਾ ਇਹ ਨਿਊਜ਼ ਹੈ, ਬਟ ਇਹ 50 years ਦੀ ਸੈਲੀਬ੍ਰੇਸ਼ਨ ਲਈ ਇੱਕ ਉਹ ਦਿੱਤਾ ਗਿਆ ਸੀ ਅਵਾਰਡ। ਉਹ ਅਵਾਰਡ ਕਿਹੜਾ ਹੈ? ਸੋ ਦ ਰਾਈਟ ਆਂਸਰ ਹੇਅਰ ਇਜ਼ ਦ ਇੰਗਲਿਸ਼ ਪੇਸ਼ੈਂਟ, ਜੋ ਕਿ ਇੱਥੇ ਮਾਈਕਲ, ਜੋ ਕਿ ਇੱਥੇ ਦਿੱਤਾ ਗਿਆ ਸੀ ਮਾਈਕਲ ਓਨਡਾਟੀਏ। ਇਹ ਬੜਾ ਅਜੀਬ ਜਿਹਾ ਨਾਮ ਹੈ, ਮਾਈਕਲ ਓਨਡਾਟੀਏ, ठीक है। 1990s ਵਿੱਚ ਆਇਆ ਸੀ। ਇਹਦੇ ਤੇ ਮੂਵੀਜ਼ ਵੀ ਬਣੀ ਹੈ, ਕਾਫੀ ਮੂਵੀਜ਼ ਬਣੀਆਂ ਇੱਥੇ। ਤੇ ਜੇ ਗॉड ਆਫ ਸਮਾਲ ਥਿੰਗਸ ਦੀ ਗੱਲ ਕਰੀਏ ਤੇ ਅਰੁੰਧਤੀ ਰॉय ਦਾ ਇੱਕ ਇੱਥੇ ਨਾਵਲ ਹੈ, ਛੋਟਾ ਸਟੋਰੀ ਹੈ, ਜੋ ਕਿ 1997 ਵਿੱਚ ਉਹਨਾਂ ਨੂੰ ਬੁਕਰ ਪ੍ਰਾਈਜ਼ ਮਿਲਿਆ ਸੀ, ਦ ਗॉड ਆਫ ਸਮਾਲ ਥਿੰਗਸ, ਠੀਕ ਹੈ। ਸੋ ਮਾਈਕਲ ਓਨਡਾਟੀਏ ਜੀ ਦੀ ਸਟੋਰੀ ਹੈ, ਇਹ ਵਰਲਡ ਵਾਰ 2 ਦੇ ਦੌਰਾਨ ਦੀ ਹੈ, ਜਦੋਂ ਵਰਲਡ ਵਾਰ 2 ਦੇ ਦੌਰਾਨ ਕੁਛ ਕੁ ਲੋਕਾਂ ਨੂੰ ਇੱਕ ਇਟਾਲੀਅਨ ਵਿਲਾ ਵਿੱਚ ਲਿਆਤਾ ਜਾਂਦਾ ਹੈ, ਤੇ ਕਿਸ ਤਰੀਕੇ ਨਾਲ ਉਹ ਡੀਲ ਕਰਦੇ, ਕਿਸ ਤਰੀਕੇ ਨਾਲ ਉਹ ਯਾਦ ਕਰਦੇ ਆ ਵਰਲਡ ਵਾਰ ਦੇ ਪਲ। तो वर्ल्ड वॉर ਦੀ ਹੀ ਸਟੋਰੀਜ਼ ਦੇ ਅਰਾਊਂਡ ਇੱਕ ਇਮੋਸ਼ਨਲ ਇਹ ਜੋ ਸੀਨ ਕ੍ਰੀਏਟ ਹੁੰਦਾ ਹੈ, ਉਹਦੇ ਤੇ ਇਹ ਨਾਵਲ ਹੈ, ਠੀਕ ਹੈ। ਦ ਇੰਗਲਿਸ਼ ਪੇਸ਼ੈਂਟ, ਸੋ ਰਿਟਨ ਬਾय ਮਾਈਕਲ ਓਨਡਾਟੀਏ। ਸੋ ਇਹ ਰਾਈਟ ਆਨਸਰ ਹੈ ਇੱਥੇ। ਸੋ ਜਿੰਨੇ ਇਸ ਤਰ੍ਹਾਂ ਦੇ ਪ੍ਰਾਈਜ਼ਸ ਹੈ ਜੋ ਕਿ ਪਿਛਲੇ 1 ਸਾਲ ਵਿੱਚ ਦਿੱਤੇ ਗਏ ਹੈ, ਸਪੈਸ਼ਲੀ ਦ ਲਾਸਟ ਈਅਰ, ਮੰਨ ਲਓ 2025 ਵਿੱਚ ਪੇਪਰ ਹੁੰਦਾ ਤਾਂ 24 ਵਿੱਚ, तो 2024 is very important, so they are important from the exam point of view. Okay, so next question. So again not correct ਦੱਸਣਾ ਇਹਦੇ ਚ, and it is about again polity ਦਾ ਸਵਾਲ ਹੈ। as per the provisions of the constitution the council of ministers is both collectively and individually responsible to the lok sabha, ठीक है, this is right। हालांकि individually they are responsible to the president, ठीक है, but collectively they are responsible to the लोक सभा, ठीक है। थोड़ा या अजीब स्टेटमेंट है बाय द कमीशन, ठीक है, इनू करेक्ट ही इत्थे दिता गया है। सैकेंड इज अ सेंसर मोशन मस्ट स्टेट द रीजन फॉर इट्स अडॉप्शन, ये भी बिल्कुल ठीक है। सेंसर मोशन जो है वो सरकार नू क्रिटिसाइज करने लिए हुंदा है, तो उहदे लई कारण दसना बहुत जरूरी हुंदा है, दिस इज़ राइट। अ नो कॉन्फिडेंस मोशन मस्ट सेट आउट द ग्राउंड्स ऑन विच इट इज़ बेस्ड, दिस इज़ रॉन्ग, ये करैक्ट स्टेटमेंट हो जाएगी, क्योंकि नो कॉन्फिडेंस मोशन लई कोई भी रीजन या आपदा कारण देने का ग्राउंड देने का लोड़ नहीं होंगी। फोर्थ इज इफ अ नो कॉन्फिडेंस मोशन इज पास इन द लोक सभा द काउंसिल ऑफ मिनिस्टर्स हैज़ टू आर बाउंड टू रिजाइन, दिस इज़ अ राइट स्टेटमेंट। तो ये गलत देखा जाए तो सिर्फ तीसरी स्टेटमेंट नज़र आ रही, हालांकि फर्स्ट इज ऑल्सो वेग, बट वेग स्टेटमेंट्स आ जाती होंगे कदे कदे। सो 3 विल बी द राइट आंसर हेयर, दैट इज़ सी, ठीक है। सो ये मोशनस की गल की गई है, फिर तो पॉलिटी का ईजी ही सवाल है, नॉट वेरी डिफिकल्ट। ओके, सो दिस वॉज द एनालिसिस जो कि आप पार्ट 2 विच कीता है, ठीक है। 41 to 60 थर्ड पार्ट विच आप करांगे, ठीक है जी। तो तब तक अपना ध्यान रखो, जय हिंद।